सत श्री अकाल जी सारिਆਂ ਨੂੰ। उम्मीद करदी ਹਾਂ ਤੁਸੀਂ ਸਾਰੇ ठीक ठाक ਹੋਵੋਗੇ। शुरू करते हैं साडी अज दी कहानी। बिट्टू किन्नी वारी सोचदी हाँ कि ये बंधन तोड़ के हमेशा ਲਈ चली आवां, पर ਇਹੋ सोच के रुक जानी हाँ ਇਹ ਵੀ ਤਾਂ पापा ਲਈ गहरा सदमा होवेगा। पल भर ਲਈ भैन ने दरवाजे वाल तकिया ते फिर हौली देनी बोली, जे पापा ने मेरा विआह करना ही सी तां किसे बराबर वाले घर विच कर दे। ਉਹਨਾਂ ਨੇ ਸੋਚਿਆ ਹੋਵੇਗਾ ਕਿ ਇੱਥੇ ਧਨ ਦੌਲਤ ਹੈ, ਮੇਰੀ ਜ਼ਿੰਦਗੀ ਚੰਗੀ ਲੰਘ ਜਾਵੇਗੀ। ਪਰ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਜੇਕਰ ਧਨ ਦੌਲਤ ਵਾਲਿਆਂ ਨੇ ਆਪਣੀਆਂ ਇੱਛਾਵਾਂ ਜ਼ਾਹਰ ਕੀਤੀਆਂ ਤਾਂ ਕੀ ਉਹ ਪੂਰੀਆਂ ਕਰ ਸਕਣਗੇ। ਸਟੇਸ਼ਨ ਤੋਂ ਭੈਣ ਦਾ ਘਰ ਕਰੀਬ 1 ਮੀਲ ਦੂਰ ਸੀ। ਇੰਨੀ ਦੂਰ ਉੱਥੇ ਪੈਦਲ ਜਾਣਾ ਮੈਨੂੰ ਦੁੱਬਰ ਲੱਗ ਰਿਹਾ ਸੀ। ਸਾਹਮਣੇ ਖੜੇ ਰਿਕਸ਼ੇ ਵਾਲੇ ਨੂੰ ਆਵਾਜ਼ ਮਾਰਨਾ ਚਾਹੁੰਦਾ ਹਾਂ, ਪਰ ਜੇਬ ਵਿੱਚ ਪਿਆ ਇੱਕੋ ਇੱਕ 10 ਦਾ ਨੋਟ ਜਿਵੇਂ ਮੇਰੇ ਨਾਲ ਮਜ਼ਾਕ ਕਰਨ ਲੱਗਾ। ਪਲ ਭਰ ਲਈ ਚੁਫੇਰੇ ਨਜ਼ਰਾਂ ਦੌੜਾਈਆਂ ਤੇ ਬੈਗ ਮੋਢਿਆਂ 'ਤੇ ਚੁੱਕ ਕੇ ਅੱਗੇ ਵੱਧ ਗਿਆ। ਕਰੀਬ ਅੱਧਾ ਘੰਟਾ ਲੱਗ ਗਿਆ ਮੈਨੂੰ ਭੈਣ ਦੇ ਘਰ ਪਹੁੰਚਣ ਵਿੱਚ। ਭੈਣ ਦਰਵਾਜ਼ੇ ਕੋਲ ਖੜੀ ਸੀ। ਮੈਨੂੰ ਦੇਖਦਿਆਂ ਹੀ ਬੋਲੀ, ਬਿੱਟੂ ਤੂੰ ਆ ਜਾ, ਭੈਣ ਨੇ ਅੱਗੇ ਵੱਧਦਿਆਂ ਆਖਿਆ। ਮੈਂ ਚੁੱਪਚਾਪ ਭੈਣ ਦੇ ਮਗਰ ਪੌੜੀਆਂ ਚੜ੍ਹਨ ਲੱਗਾ। ਕਿਵੇਂ ਆਉਣਾ ਹੋਇਆ? ਕੋਈ ਚਿੱਠੀ ਵਗੈਰਾ ਵੀ ਨਹੀਂ ਲਿਖੀ। ਕੱਲ੍ਹ ਇੰਟਰਵਿਊ ਹੈ। ਕਿੱਥੇ? ਇੱਥੇ ਹੀ, ਸਟੇਟ ਬੈਂਕ ਵਿੱਚ। ਮੈਨੂੰ ਡਰਾਇੰਗ ਰੂਮ ਵਿੱਚ ਬਿਠਾ ਕੇ ਭੈਣ ਆਪ ਬਾਹਰ ਚਲੀ ਗਈ। ਮੁੜੀ ਤਾਂ ਹੱਥ ਵਿੱਚ ਪਾਣੀ ਦਾ ਗਲਾਸ ਸੀ। ਪਾਪਾ ਜੀ ਕਿਵੇਂ ਹਨ? ਪਾਣੀ ਦਾ ਗਲਾਸ ਮੇਰੇ ਵੱਲ ਵਧਾਉਂਦਿਆਂ ਭੈਣ ਨੇ ਪੁੱਛਿਆ। ਠੀਕ ਨੇ, ਸੁੱਤੇ ਸਿੱਧ ਜਿਵੇਂ ਮੇਰੇ ਮੂੰਹ 'ਚੋਂ ਨਿਕਲ ਗਿਆ। ਉਂਝ ਤਾਂ ਪਾਪਾ ਨੇ ਵੀ ਆਖਿਆ ਸੀ ਕਿ ਉਹਨਾਂ ਦੀ ਬਿਮਾਰੀ ਬਾਬਤ ਭੈਣ ਨੂੰ ਕੁਝ ਨਾ ਦੱਸਾਂ, ਪਰ ਮੈਂ ਸੋਚਿਆ ਕਿ ਭੈਣ ਨੂੰ ਸਭ ਕੁਝ ਸੱਚ ਦੱਸ ਦੇਵਾਂਗਾ। ਮੈਥੋਂ ਇਹ ਬੋਝ ਹੁਣ ਇਕੱਲਿਆਂ ਨਹੀਂ ਚੁੱਕਿਆ ਜਾਂਦਾ। ਪਰ ਭੈਣ ਦੇ ਪੁੱਛਣ ਸਾਰ ਪਤਾ ਨਹੀਂ ਮੇਰੇ ਸ਼ਬਦ ਕਿਉਂ ਬਦਲ ਗਏ। ਡਾਕਟਰ ਅੰਕਲ ਆਉਂਦੇ ਰਹਿੰਦੇ ਹਨ। ਭੈਣ ਮੇਰੇ ਚਿਹਰੇ ਤੋਂ ਜਿਵੇਂ ਕੁਝ ਭਾਂਪ ਗਈ। ਸ਼ਾਇਦ ਇਸੇ ਕਰਕੇ ਇਹ ਸਵਾਲ ਰੱਖ ਦਿੱਤਾ। ਹਾਂ, ਛੋਟਾ ਜਿਹਾ ਜਵਾਬ ਦੇ ਕੇ ਚੁੱਪ ਹੋ ਗਿਆ। ਭੈਣ ਇੱਕ ਟੱਕ ਮੇਰੇ ਵੱਲ ਤੱਕਣ ਲੱਗੀ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਭੈਣ ਦੀ ਨਜ਼ਰ ਮੇਰੀ ਕਮੀਜ਼ ਦੇ ਉਧੜੇ ਹੋਏ ਕਾਲਰ 'ਤੇ ਟਿਕ ਗਈ। ਉਸ ਨੂੰ ਛੁਪਾਉਣ ਲਈ ਮੈਂ ਗਰਦਨ ਦੂਜੇ ਪਾਸੇ ਮੋੜ ਲਈ, ਜਿਵੇਂ ਕੰਧ 'ਤੇ ਲਟਕੀ ਤਸਵੀਰ ਨੂੰ ਦੇਖ ਰਿਹਾ ਹਾਂ। ਪਹਿਲਾਂ ਜਿਹੜੀ ਇੰਟਰਵਿਊ ਦਿੱਤੀ ਸੀ ਉਹਦਾ ਕੀ ਬਣਿਆ? ਰਿਟਨ ਟੈਸਟ ਵਿੱਚ ਤਾਂ ਪਾਸ ਹੋ ਗਿਆ ਸੀ, ਇੰਟਰਵਿਊ ਵਿੱਚ ਸਿਲੈਕਟ ਨਹੀਂ ਹੋ ਸਕਿਆ। ਸਿਫਾਰਸ਼ ਵੀ ਤਾਂ ਕੋਈ ਨਹੀਂ। ਤੇ ਮੈਂ ਹਲਕਾ ਜਿਹਾ ਹੱਸ ਪਿਆ। ਭੈਣ ਉੱਠ ਕੇ ਬਾਹਰ ਨਿਕਲ ਗਈ। ਉਸੇ ਵੇਲੇ ਪਰਦੇ ਪਿੱਛੋਂ ਇੱਕ ਪਰਛਾਵਾਂ ਦਿਸਿਆ। ਮੈਂ ਕੁਝ ਸਿੱਧਾ ਹੋ ਕੇ ਬੈਠ ਗਿਆ। ਪਰਦਾ ਹਟਿਆ ਤਾਂ ਭੈਣ ਦੀ ਸੱਸ ਸੀ। ਮੈਂ ਉੱਠਦਿਆਂ ਉਹਦੇ ਪੈਰ ਛੂਏ। ਕੀ ਹਾਲ ਹੈ ਬੇਟਾ? ਬਹਿ ਜਾ। ਪਾਪਾ ਕਿਵੇਂ ਨੇ ਤੇਰੇ? ਜੀ ਸਭ ਠੀਕ ਹਨ। ਮੇਰੀ ਨਜ਼ਰ ਆਪਣੇ ਬੂਟਾਂ ਵੱਲ ਝੁਕ ਗਈ। ਮੈਂ ਉਹਨਾਂ ਨੂੰ ਸਾਹਮਣੇ ਪਈ ਮੇਜ਼ ਦੇ ਹੇਠਾਂ ਲੁਕਾਉਣ ਦੀ ਕੋਸ਼ਿਸ਼ ਕਰਨ ਲੱਗਾ। ਮੈਂ ਤਾਂ ਬਹੂ ਨੂੰ ਕਦੋਂ ਦੀ ਆਖ ਰਹੀ ਸੀ ਕਿ ਤੈਨੂੰ ਇੱਕ ਚਿੱਠੀ ਲਿਖ ਦੇਵੇ। ਉੱਥੋਂ ਕੁਝ ਚੀਜ਼ਾਂ ਮੰਗਵਾਉਣੀਆਂ ਸਨ। ਮੈਂ ਲਾਜਵਾਬ ਜਿਹਾ ਗਰਦਨ ਝੁਕਾ ਕੇ ਬੈਠਾ ਰਿਹਾ। ਮੈਨੂੰ ਕੁਝ ਸੁੱਝ ਨਹੀਂ ਸੀ ਰਿਹਾ ਕਿ ਕੀ ਗੱਲ ਕਰਾਂ। ਕੁਝ ਦੇਰ ਬਾਅਦ ਭੈਣ ਚਾਹ ਦੀ ਟਰੇ ਲੈ ਕੇ ਅੰਦਰ ਆਈ। ਮਾਤਾ ਜੀ ਉੱਠ ਕੇ ਬਾਹਰ ਚਲੇ ਗਏ। ਭੈਣ ਨੇ ਹੱਸਣ ਦੀ ਅਸਫਲ ਕੋਸ਼ਿਸ਼ ਕੀਤੀ, ਪਰ ਭੈਣ ਆਪਣੀ ਗੰਭੀਰਤਾ ਨੂੰ ਬਹੁਤ ਦੇਰ ਤੱਕ ਲੁਕਾ ਨਾ ਸਕੀ। ਕੁਝ ਫਿੱਕੀ ਜਿਹੀ ਆਵਾਜ਼ ਵਿੱਚ ਭੈਣ ਬੋਲੀ, ਬਿੱਟੂ ਸੋਚਦੀ ਹਾਂ ਕਿ ਜੇ ਪਾਪਾ ਮੇਰਾ ਵਿਆਹ ਨਾ ਕਰਦੇ ਤਾਂ ਚੰਗਾ ਸੀ। ਮੈਂ ਭਮੱਤਰ ਗਿਆ ਤੇ ਇੱਕ ਟੱਕ ਭੈਣ ਦੇ ਚਿਹਰੇ ਵੱਲ ਤੱਕਣ ਲੱਗਾ। ਹਾਂ ਬਿੱਟੂ, ਤੂੰ ਸੋਚ ਰਿਹਾ ਹੋਵੇਗਾ ਕਿ ਇਹ ਸਭ ਮੈਂ ਕਿਉਂ ਆਖ ਰਹੀ ਹਾਂ। ਸੱਚ ਹੀ ਤਾਂ ਹੈ। ਤੇਰਾ ਤੇ ਪਾਪਾ ਦਾ ਘਰ ਵਿੱਚ ਇਕੱਲੇ ਰਹਿਣਾ ਸੱਚ ਕਹਾਂ ਤਾਂ ਬਿਲਕੁਲ ਨਹੀਂ ਚਾਹੁੰਦੀ ਸੀ ਮੈਂ ਕਿ ਮੇਰਾ ਵਿਆਹ ਹੋਵੇ। ਲੇਕਿਨ ਪਾਪਾ ਦੀ ਜਿੱਦ, ਤੇ ਹਾਂ, ਜਦੋਂ ਪਾਪਾ ਇਸ ਹਾਲਤ ਵਿੱਚ ਹਨ ਉਹਨਾਂ ਨੂੰ ਜ਼ਿਆਦਾ ਦੇਖਭਾਲ ਦੀ ਜ਼ਰੂਰਤ ਆ। ਪਿਛਲੇ ਐਤਵਾਰ ਨੂੰ ਰਾਘਵ ਆਏ ਸੀ। ਉਸ ਨੇ ਹੀ ਸਭ ਕੁਝ ਦੱਸਿਆ। ਮੈਂ ਆਉਣਾ ਵੀ ਚਾਹੁੰਦੀ ਸੀ, ਪਰ ਮਾਂ ਜੀ ਇਹ ਵੀ ਉਹਨਾਂ ਦਿਨਾਂ ਵਿੱਚ ਟੂਰ 'ਤੇ ਸੀ। ਬਿੱਟੂ ਕਿੰਨੀ ਵਾਰੀ ਸੋਚਦੀ ਹਾਂ ਕਿ ਇਹ ਸਭ ਬੰਧਨ ਤੋੜ ਕੇ ਹਮੇਸ਼ਾ ਵਾਸਤੇ ਚਲੀ ਆਵਾਂ, ਪਰ ਇਹੋ ਸੋਚ ਕੇ ਰੁਕ ਜਾਂਦੀ ਹਾਂ ਕਿ ਇਹ ਵੀ ਤਾਂ ਪਾਪਾ ਲਈ ਗਹਿਰਾ ਸਦਮਾ ਹੋਵੇਗਾ। ਪਲ ਭਰ ਲਈ ਭੈਣ ਨੇ ਦਰਵਾਜ਼ੇ ਵੱਲ ਤੱਕਿਆ, ਫਿਰ ਹੌਲੀ ਦੇਣੀ ਬੋਲੀ,
ਜੇ ਪਾਪਾ ਨੇ ਮੇਰਾ ਵਿਆਹ ਕਰਨਾ ਹੀ ਸੀ ਤਾਂ ਬਰਾਬਰ ਦੇ ਘਰ ਵਿੱਚ ਕਰਦੇ। ਉਹਨਾਂ ਨੇ ਸੋਚਿਆ ਹੋਵੇਗਾ ਇੱਥੇ ਧਨ ਦੌਲਤ ਆ, ਮੇਰੀ ਜ਼ਿੰਦਗੀ ਚੰਗੀ ਲੰਘ ਜਾਵੇਗੀ। ਪਰ ਇਹ ਨਹੀਂ ਸੀ ਸੋਚਿਆ ਕਿ ਜੇ ਧਨ ਦੌਲਤ ਵਾਲਿਆਂ ਨੇ ਆਪਣੀਆਂ ਇੱਛਾਵਾਂ ਗਣਵਾ ਦਿੱਤੀਆਂ ਤਾਂ ਪੂਰੀਆਂ ਕਰ ਸਕਣਗੇ। ਬਿੱਟੂ, ਮੈਂ ਪਾਪਾ 'ਤੇ ਇਲਜ਼ਾਮ ਨਹੀਂ ਲਾ ਰਹੀ, ਇਹ ਤਾਂ ਉਹਨਾਂ ਦੀ ਸਾਦਗੀ ਸੀ ਜਿਹੜੀ ਮੈਂ ਤੈਨੂੰ ਦੱਸ ਰਹੀ ਹਾਂ। ਭੈਣ ਦੀਆਂ ਗੱਲਾਂ ਸੁਣ ਕੇ ਮੈਂ ਵੀ ਜਿਵੇਂ ਕਿਸੇ ਗਹਿਰੇ ਖੂਹ ਵਿੱਚ ਡੁੱਬਣ ਲੱਗਾ। ਭੈਣ ਠੀਕ ਹੀ ਤਾਂ ਕਹਿ ਰਹੀ ਆ। ਮੇਰੇ ਉੱਤੇ ਵਾਪਰ ਰਹੀ ਹਰ ਪ੍ਰਕਿਰਿਆ ਦਾ ਮਤਲਬ ਜਿਵੇਂ ਭੈਣ ਉੱਤੇ ਸਪਸ਼ਟ ਹੁੰਦਾ ਜਾ ਰਿਹਾ। ਬਿੱਟੂ, ਮੈਂ ਜਾਣਦੀ ਹਾਂ ਕਿ ਤੂੰ ਮੇਰੀਆਂ ਗੱਲਾਂ ਸੁਣ ਕੇ ਦੁਖੀ ਹੋ ਰਿਹਾ ਹੋਵੇਂਗਾ, ਪਰ ਕੁਝ ਨਾ ਸੋਚੀ। ਮੈਂ ਜੋ ਸਭ ਕਿਹਾ ਉਹ ਮੈਂ ਸ਼ੁਰੂ ਵਿੱਚ ਸਹਿਣ ਵੀ ਕੀਤਾ। ਹੁਣ ਇਸ ਤਰ੍ਹਾਂ ਨਹੀਂ ਹੈ। ਇਹਨਾਂ ਦਾ ਸੁਭਾਅ ਕੁਝ ਠੀਕ ਹੈ, ਨਹੀਂ ਤਾਂ ਮੈਂ ਘੁੱਟ-ਘੁੱਟ ਕੇ ਮਰ ਗਈ ਹੁੰਦੀ। ਹਾਂ, ਹਾਲੇ ਵੀ ਇੱਕ ਘੁਟਨ ਹੈ। ਜਦੋਂ ਪਾਪਾ ਦੀ ਬਿਮਾਰੀ ਬਾਰੇ ਸੁਣ ਕੇ ਵੀ ਮੈਂ ਉਹਨਾਂ ਕੋਲ ਜਾ ਨਹੀਂ ਸਕਦੀ। ਹੁਣ ਤੇਰੇ 'ਤੇ ਹੀ ਭਰੋਸਾ ਹੈ। ਉਹਨਾਂ ਨੂੰ ਹਰ ਹਾਲ ਵਿੱਚ ਖੁਸ਼ ਰੱਖੀ। ਵੱਡੇ ਭਰਾ ਨੇ ਜੋ ਸਾਡੇ ਨਾਲ ਕੀਤਾ ਉਸ ਨੂੰ ਦੁਹਰਾਉਣ ਦਾ ਕੋਈ ਫਾਇਦਾ ਨਹੀਂ। ਉਹ ਸਭ ਤਾਂ ਭੁੱਲ ਜਾਣਾ ਹੀ ਚੰਗਾ ਹੈ। ਭੈਣ ਦੀ ਆਵਾਜ਼ ਵਿੱਚ ਸੋਗੀ ਜਿਹੀ ਹੋ ਗਈ। ਆ ਜਾ, ਬਾਹਰ ਬੈਠਦੇ ਹਾਂ। ਇਹ ਕਹਿੰਦਿਆਂ ਭੈਣ ਉੱਠ ਕੇ ਖੜੀ ਹੋ ਗਈ। ਮੈਂ ਵੀ ਕੁਝ ਇਹੋ ਜਿਹਾ ਹੀ ਚਾਹੁੰਦਾ ਸੀ। ਕਮਰੇ ਦੀ ਹਵਾ ਵੀ ਕੁਝ ਬੋਝਲ ਹੋ ਚੱਲੀ ਸੀ। ਬਾਹਰ ਮਾਂ ਜੀ ਖਾਣਾ ਬਣਾ ਰਹੇ ਸੀ। ਸਾਡੇ ਆਉਂਦਿਆਂ ਉੱਠ ਖੜ੍ਹੇ। ਤਾਰ 'ਤੇ ਲਟਕਦੇ ਪਰਨੇ ਨਾਲ ਹੱਥ ਪੂੰਝਦਿਆਂ ਬੋਲੇ, ਬਹੂ ਬਾਕੀ ਦੇ ਫੁਲਕੇ ਬਣਾ ਦੇ, ਮੈਂ ਬਿਮਲਾ ਦੇ ਘਰ ਜਾ ਰਹੀ ਹਾਂ। ਤੇਰੇ ਬਾਬੂ ਜੀ ਆਉਣ ਤਾਂ ਉਹਨਾਂ ਨੂੰ ਰੋਟੀ ਦੇ ਦੇਵੀਂ। ਮੈਂ ਸਾਹਮਣੇ ਪਈ ਕੁਰਸੀ 'ਤੇ ਬੈਠ ਗਿਆ। ਆਉਂਦੇ ਹੋਏ ਸੋਚਿਆ ਸੀ ਕਿ ਭੈਣ ਨਾਲ ਬਹੁਤ ਸਾਰੀਆਂ ਗੱਲਾਂ ਕਰਾਂਗਾ, ਪਰ ਹੁਣ ਲੱਗ ਰਿਹਾ ਹੈ ਕਿ ਜਿਵੇਂ ਉਹ ਗੱਲਾਂ ਤਾਂ ਭੈਣ ਦੀ ਜ਼ਿੰਦਗੀ 'ਚੋਂ ਬਹੁਤ ਪਿੱਛੇ ਰਹਿ ਗਈਆਂ ਸਨ। ਕੁਝ ਹੱਸਦਿਆਂ ਮੈਂ ਆਖਿਆ, ਭੈਣ ਬਹੁਤ ਬਦਲ ਗਈ ਹੈ ਤੂੰ। ਹੁਣ ਗੁੱਸਾ ਕਿਸ ਉੱਤੇ ਕੱਢਦੀ ਹੈ? ਭੈਣ ਨੇ ਹੱਸਦੇ ਹੋਏ ਪਲ ਭਰ ਲਈ ਮੇਰੇ ਵੱਲ ਤੱਕਿਆ ਤੇ ਗਰਦਨ ਝੁਕਾ ਕੇ ਬੋਲੀ, ਬਦਲਣਾ ਹੀ ਪੈਂਦਾ ਹੈ। ਫਿਰ ਇੱਕ ਚੁੱਪ ਛਾ ਗਈ। ਤੂੰ ਰੋਟੀ ਖਾ ਲੈ, ਭੁੱਖ ਲੱਗੀ ਹੋਵੇਗੀ। ਨਹੀਂ, ਹਾਲੇ ਨਹੀਂ, ਤੂੰ ਬਣਾ ਲਾ, ਫਿਰ ਇਕੱਠੇ ਖਾ ਲਵਾਂਗੇ। ਕਿਸੇ ਦੇ ਬਾਹਰੋਂ ਆਉਣ ਦੀ ਆਹਟ ਹੋਈ। ਮੇਰੀਆਂ ਨਜ਼ਰਾਂ ਬਾਹਰਲੇ ਦਰਵਾਜ਼ੇ ਵੱਲ ਉੱਠੀਆਂ। ਭੈਣ ਦਾ ਸਹੁਰਾ ਸੀ। ਮੈਂ ਉੱਠ ਕੇ ਪੈਰ ਛੂਹੇ, ਸੁੱਖ ਸਾਂਦ ਪੁੱਛ ਕੇ ਅੰਦਰ ਚਲਿਆ ਗਿਆ। ਖਾਣਾ ਖਾ ਕੇ ਮੈਂ ਭੈਣ ਦੇ ਕਮਰੇ ਵਿੱਚ ਆ ਗਿਆ। ਥੋੜ੍ਹੀ ਦੇਰ ਬਾਅਦ ਭੈਣ ਵੀ ਆ ਗਈ। ਜੀਜਾ ਜੀ ਕਿੰਨੇ ਵਜੇ ਆਉਂਦੇ ਨੇ? ਮੈਂ ਭੈਣ ਤੋਂ ਪੁੱਛਿਆ। 5 ਵਜੇ। ਮੈਂ ਕੋਲ ਪਏ ਰਸਾਲੇ ਦੇ ਪੰਨੇ ਪਲਟਣ ਲੱਗਾ। ਪਿਛਲੀ ਵਾਰ ਇੱਕ ਕਮੀਜ਼ ਦਾ ਪੀਸ ਦੇ ਕੇ ਆਈ ਸੀ ਤੈਨੂੰ। ਇੰਜ ਲੱਗਾ ਕਿ ਕਿਸੇ ਨੇ ਗਹਿਰੀ ਖੱਡ ਵਿੱਚ ਸੁੱਟ ਦਿੱਤਾ ਮੈਨੂੰ। ਜਿਸ ਗੱਲ ਦਾ ਮੈਨੂੰ ਡਰ ਸੀ ਉਹੀ ਹੋਈ। ਹਿੰਮਤ ਕਰਕੇ ਮੈਂ ਭੈਣ ਵੱਲ ਦੇਖਿਆ ਤੇ ਹੱਸਦਿਆਂ ਬੋਲਿਆ, ਅੱਜ ਕੱਲ੍ਹ ਕੱਪੜਾ ਇੰਨਾ ਮਹਿੰਗਾ ਨਹੀਂ ਹੈ ਜਿੰਨੀ ਸਿਲਾਈ। ਮੈਨੂੰ ਆਪਣਾ ਹੱਸਣਾ ਖੁਦ ਨੂੰ ਫਿੱਕਾ ਲੱਗਾ, ਪਰ ਹੋਰ ਕੁਝ ਕਹਿ ਵੀ ਨਹੀਂ ਸੀ ਹੋ ਰਿਹਾ। ਵੱਡੀਆਂ ਛੋਟੀਆਂ ਗੱਲਾਂ ਪੁੱਛਦੇ ਕਰਦੇ ਭੈਣ ਦੀ ਅੱਖ ਲੱਗ ਗਈ। ਮੈਂ ਵੀ ਪਾਸਾ ਵੱਟ ਕੇ ਪੈ ਗਿਆ। ਸਾਂਝ ਨੂੰ ਜੀਜਾ ਜੀ ਆਏ ਤਾਂ ਭੈਣ ਨੇ ਉਹਨਾਂ ਨੂੰ ਮੇਰੀ ਇੰਟਰਵਿਊ ਬਾਰੇ ਦੱਸਿਆ। ਜੀਜਾ ਜੀ ਹੱਸ ਦਿੱਤੇ। ਮੈਨੂੰ ਕੁਝ ਚੰਗਾ ਨਾ ਲੱਗਾ। ਸਵੇਰੇ 9 ਵਜੇ ਤਿਆਰ ਹੋ ਕੇ ਮੈਂ ਜੀਜਾ ਜੀ ਨਾਲ ਨਿਕਲ ਪਿਆ। ਮੈਨੂੰ ਬੈਂਕ ਦੇ ਕੋਲ ਛੱਡ ਕੇ ਉਹ ਅੱਗੇ ਨਿਕਲ ਗਏ। ਬਹੁਤ ਲੋਕ ਆਏ ਹੋਏ ਸਨ ਇੰਟਰਵਿਊ ਦੇਣ ਲਈ। ਲਗਭਗ 2 ਘੰਟੇ ਬਾਅਦ ਮੇਰਾ ਨੰਬਰ ਆਇਆ। ਇੰਟਰਵਿਊ ਦੇ ਬਾਹਰ ਨਿਕਲਿਆ ਤਾਂ ਉਦਾਸੀ ਨਾਲ ਘਿਰ ਗਿਆ। ਇੰਟਰਵਿਊ ਵੀ ਕਿੱਥੇ ਠੀਕ ਢੰਗ ਨਾਲ ਦੇ ਸਕਿਆ ਸੀ। ਕਿਵੇਂ ਦੇ ਤਾਂ ਸਵਾਲ ਪੁੱਛੇ ਗਏ ਸੀ। ਘਰ ਪਹੁੰਚਿਆ ਤਾਂ ਭੈਣ ਨੇ ਉਤਸੁਕਤਾ ਨਾਲ ਪੁੱਛਿਆ, ਕੀ ਬਣਿਆ? ਠੀਕ ਹੋ ਗਿਆ, ਹਾਲੇ ਰਿਜ਼ਲਟ ਤਾਂ ਕੁਝ ਦਿਨਾਂ ਬਾਅਦ ਹੀ ਮਿਲੂਗਾ। ਕਾਫੀ ਲੜਕੇ ਆਏ ਹੋਣਗੇ? ਨਹੀਂ, ਕੋਈ ਜ਼ਿਆਦਾ ਨਹੀਂ ਸਨ। ਬਿੱਟੂ, ਇਸ ਵਾਰ ਮੇਰਾ ਦਿਲ ਕਹਿੰਦਾ ਹੈ ਤੂੰ ਜ਼ਰੂਰ ਸਿਲੈਕਟ ਹੋਵੇਂਗਾ। ਮੈਂ ਨਿੰਮਾ ਜਿਹਾ ਹੱਸਿਆ। ਗੱਡੀ 1 ਵਜੇ ਜਾਂਦੀ ਹੈ, ਮੈਨੂੰ ਚੱਲਣਾ ਚਾਹੀਦਾ। ਅੱਜ ਰੁਕ ਜਾ। ਨਹੀਂ, ਪਾਪਾ ਇੰਤਜ਼ਾਰ ਕਰਨਗੇ। ਰੋਟੀ ਖਾ ਕੇ ਜਾਈਂ, ਲੇਟ ਹੋ ਜਾਵਾਂਗਾ। ਭੈਣ ਚੁੱਪ ਹੋ ਗਈ। ਮੈਂ ਅੰਦਰ ਬੈਗ ਚੁੱਕਣ ਤੇ ਮਾਤਾ ਜੀ ਨੂੰ ਪ੍ਰਣਾਮ ਕਰਨ ਲਈ ਗਿਆ ਤਾਂ ਉਹਨਾਂ ਨੇ ਕੁਝ ਹੱਸਦਿਆਂ ਹੋਇਆ ਆਖਿਆ, ਬਹੂ ਕੁਝ ਚੀਜ਼ਾਂ ਲਿਖਵਾਈਆਂ ਹਨ, ਕਿਸੇ ਦੇ ਹੱਥ ਆਉਂਦੇ ਜਾਂਦੇ ਭਿਜਵਾ ਦੇਣਾ। ਜੀ। ਮੈਂ ਹਾਂ ਵਿੱਚ ਸਿਰ ਹਿਲਾਇਆ ਤੇ ਗਰਦਨ ਝੁਕਾ ਕੇ ਅੱਗੇ ਵਧ ਗਿਆ। ਭੈਣ ਮੇਰੇ ਪਿੱਛੇ ਬਾਹਰ ਆਉਣ ਲੱਗੀ। ਬਾਹਰ ਵਾਲੇ ਦਰਵਾਜ਼ੇ ਕੋਲ ਆ ਕੇ ਮੈਂ ਰੁਕ ਗਿਆ। ਹੁਣ ਤੂੰ ਕਦੋਂ ਆਵੇਂਗੀ? ਹਾਲੇ ਕੁਝ ਨਹੀਂ ਆਖ ਸਕਦੀ। ਪ੍ਰੋਗਰਾਮ ਬਣਿਆ ਤਾਂ ਲਿਖ ਕੇ ਦੇਵਾਂਗੀ। ਤੂੰ ਚਿੱਠੀ ਲਿਖਦਾ ਰਿਹਾ ਕਰ। ਡਾਕਟਰ ਅੰਕਲ ਨੂੰ ਕਦੇ ਕਦਾਈ ਆਪ ਹੀ ਬੁਲਾ ਲਿਆਇਆ ਕਰ।
ਮੈਂ ਖਾਮੋਸ਼ ਸੀ। ਕੁਝ ਪਲ ਰੁਕ ਕੇ ਭੈਣ ਨੇ ਕਿਹਾ, ਇਹ ਕੁਝ ਚੀਜ਼ਾਂ ਲਿਖ ਦਿੱਤੀਆਂ ਹਨ। ਅਗਲੇ ਮਹੀਨੇ 15 ਤਰੀਕ ਨੂੰ ਕਰਵਾ ਚੌਥ ਦਾ ਵਰਤ ਹੈ। ਇਹ ਸਭ ਲੈ ਕੇ ਆ ਜਾਵੀਂ। ਤੇ ਕਾਗਜ਼ ਦੇ ਇੱਕ ਪੁਰਜੇ ਦੇ ਨਾਲ ਹੀ 5-500 ਦੇ ਕੁਝ ਨੋਟ ਭੈਣ ਨੇ ਮੇਰੇ ਹੱਥ ਉੱਤੇ ਧਰ ਦਿੱਤੇ। ਇਹ ਕੀ? ਮੈਂ ਚੌਂਕ ਪਿਆ। ਕੁਝ ਨਹੀਂ, ਮੈਂ ਮਨਾ ਕਰਦਾ ਰਿਹਾ, ਪਰ ਭੈਣ ਨੇ ਮੇਰੀ ਮੁੱਠੀ ਦਬਾ ਦਿੱਤੀ। ਬੈਗ ਚੁੱਕ ਕੇ ਮੈਂ ਬਾਹਰ ਗਿਆ। ਫਿਰ ਇੱਕ ਵਾਰ ਪਰਤ ਕੇ ਦੇਖਣਾ ਚਾਹਿਆ, ਪਰ ਹਿੰਮਤ ਨਹੀਂ ਕਰ ਸਕਿਆ। ਹੁਣ ਛੇਤੀ ਭੈਣ ਦੀਆਂ ਅੱਖਾਂ ਤੋਂ ਦੂਰ ਹੋ ਜਾਣਾ ਚਾਹੁੰਦਾ ਸੀ। ਦੋਸਤੋ, ਇਹ ਸੀ ਜੀ ਆਮ ਜਿਹੇ ਘਰ ਦੀ ਇੱਕ ਆਮ ਜਿਹੀ ਕਹਾਣੀ। ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ। ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਆਪਣਾ ਤੇ ਆਪਣਿਆਂ ਦਾ ਖਿਆਲ ਰੱਖਿਓ ਜੀ। ਧੰਨਵਾਦ।